ਤੇ ਉਹਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਪ੍ਰਭੂ ਦੀ ਮਹਿਮਾ ਦੇ ਭਜਨ ਗਾ ਕੇ ਤੇ ਪਰਮੇਸ਼ਰ ਦੀ ਅਸੀਂ ਆਰਾਧਨਾ ਕੀਤੀ ਹੈ। ਤੇ ਹੁਣ ਸਾਰੇ ਆਪਾਂ ਜਿੰਨੀ ਵੀ ਇਹ ਜਗ੍ਹਾ ਉੱਤੇ ਬੈਠੇ ਆ, ਸਾਰਿਆਂ ਨੂੰ ਬੇਨਤੀ ਹੈ ਕਿ ਕੁਝ ਸਮੇਂ ਵਾਸਤੇ ਆਪਣੀ ਆਪਣੀ ਜਗ੍ਹਾ ਉੱਤੇ ਜਿੱਥੇ ਵੀ ਤੁਸੀਂ ਹੈਗੇ ਜੇ ਬੜੇ ਖਾਮੋਸ਼ ਹੋ ਕੇ ਖੁਦਾ ਦਾ ਪਾਕ ਕਲਾਮ ਸੁਣੀਏ, ਤਾਂ ਕਿ ਅਸੀਂ ਆਪਣੇ ਘਰਾਂ ਤੋਂ ਨਗਰਾਂ ਤੋਂ ਅੱਜ ਅਸੀਂ ਇਸ ਬੰਦਗੀ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ। ਤੇ ਜਿਵੇਂ ਤੁਸੀਂ ਇਸ ਪਰਿਵਾਰ ਵਿੱਚ ਆਣ ਕੇ ਆਪਣੇ ਆਪ ਦੀ ਹਾਰੀ ਲਵਾਈ ਹੈ, ਤਿਵੇਂ ਹੁਣ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵੀ ਆਪਣਾ ਕੁਝ ਸਮਾਂ ਜਿਹੜਾ ਉਹ ਗੁਜ਼ਾਰੀਏ, ਤਾਂ ਕਿ ਅਸੀਂ ਆਪਣੇ ਪਰਮੇਸ਼ਰ ਦੇ ਕੋਲੋਂ ਖੁਸ਼ੀ ਤੇ ਬਰਕਤ ਪ੍ਰਾਪਤ ਕਰ ਸਕੀਏ। ਸੋ ਆਈਏ ਅਸੀਂ ਹੁਣ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ, ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ, ਬੱਚੇ ਜੋ ਵੱਲੋਂ ਮਰਾਸ ਨੇ ਤੇ ਪੇੜ ਦਾ ਫਲ ਇੱਕ ਹੀ ਨਾਮ ਹੈ। ਜਾਣੀ ਕਿ ਆਪਾਂ ਜਿੰਨੇ ਜਗ੍ਹਾ ਉੱਤੇ ਬੈਠੇ ਹਾਂ ਸਾਰੇ ਤਕਰੀਬਨ ਆਪਾਂ ਵਿਸ਼ਵਾਸੀ ਬੈਠੇ ਹਾਂ। ਤੇ ਜੇ ਅਸੀਂ ਪੂਰੇ ਵਿਸ਼ਵਾਸੀ ਨਹੀਂ ਤੇ ਖੁਦਾ ਦੇ ਲੋਕਾਂ 'ਚ ਆਪਾਂ ਥੋੜੀ ਬਹੁਤੀ ਸੰਗਤੀ ਕਰਦੇ ਹਾਂ ਤੇ ਪਰਮੇਸ਼ਰ ਦੇ ਵਚਨ ਵੀ ਆਪਾਂ ਤਕਰੀਬਨ ਸਿੱਖਦੇ ਹਾਂ। ਤੇ ਜਦੋਂ ਅਸੀਂ ਆਪਣਾ ਧਿਆਨ ਖੁਦਾ ਦੇ ਪਾਕ ਕਲਾਮ ਵੱਲ ਲਗਾਉਂਦੇ ਹਾਂ ਤੇ ਅਸੀਂ ਪਰਮੇਸ਼ਰ ਦੇ ਵਚਨਾਂ ਦਾ ਆਦਰ ਕਰਦੇ ਹਾਂ। ਤੇ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਵੱਲ ਧਿਆਨ ਨਹੀਂ ਕਰਦੇ ਤੇ ਉਦੋਂ ਫਿਰ ਅਸੀਂ ਖੁਦਾ ਦੇ ਪਾਕ ਕਲਾਮ ਦਾ ਆਦਰ ਨਹੀਂ ਕਰਦੇ। ਇਸ ਕਰਕੇ ਅਸੀਂ ਬੜੇ ਆਦਰ ਤੇ ਸਤਿਕਾਰ ਦੇ ਨਾਲ ਪ੍ਰਭੂ ਦੀ ਬਾਣੀ ਸਿੱਖਣੀ ਆ ਥੋੜੇ ਸਮੇਂ ਵਾਸਤੇ। ਤੇ ਕਿਉਂਕਿ ਸਾਡੇ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੂੰ ਖੁਦਾ ਨੇ ਧਰਤੀ ਉੱਤੇ ਜ਼ਿੰਦਗੀ ਬਖਸ਼ੀ ਹੈ, ਤੇ ਇਹਨਾਂ ਨੂੰ ਵੀ ਬੱਚਿਆਂ ਦੇ ਬੱਚੇ ਦੇਖਣ ਵਾਸਤੇ ਖੁਦਾ ਨੇ ਇਹ ਸਮਾਂ ਬਖਸ਼ਿਆ, ਤੇ ਇਹਦੇ ਵਾਸਤੇ ਅਸੀਂ ਧੰਨਵਾਦੀ ਹਾਂ। ਭਾਈ ਕਾਲੇ ਵਾਸਤੇ, ਭੈਣ ਪੱਪੀ ਵਾਸਤੇ, ਜਿਨ੍ਹਾਂ ਨੂੰ ਖੁਦਾ ਨੇ ਬੱਚੇ ਦਿੱਤੇ ਨੇ। ਤੇ ਅੱਜ ਬੱਚੇ ਅਦਨ ਦਾ ਜੋ ਅਸੀਂ ਜਨਮ ਦਿਨ ਮਨਾ ਰਹੇ ਹਾਂ, ਕਿਉਂਕਿ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਇਹ 5 ਸਾਲ ਜਿਹੜੇ ਨੇ ਇਹ ਪੂਰੇ ਹੋ ਗਏ ਨੇ, ਤੇ ਇੱਕ 6ਵੇਂ ਸਾਲ ਦੇ ਵਿੱਚ ਇਸਨੇ ਆਪਣਾ ਕਦਮ ਧਰਿਆ। ਤੇ ਉਹ ਆਪਾਂ ਨੇ ਸਾਰਿਆਂ ਨੇ ਸ਼ੁਕਰਗੁਜ਼ਾਰੀ ਕਰਨੀ ਆ ਖੁਦਾ ਦੇ ਗਾੜੀ ਕਿ ਪ੍ਰਭੂ ਜਿਵੇਂ ਤੁਸੀਂ ਪਿਛਲੇ 5 ਸਾਲ ਵਿੱਚ ਸੰਭਾਲ ਕੇ ਰੱਖਿਆ ਤੇ ਇਹ ਸਾਲ ਵੀ ਤੁਸੀਂ ਸੰਭਾਲ ਕੇ ਰੱਖਣਾ। ਪੜ੍ਹਾਈ ਲਿਖਾਈ ਵਾਸਤੇ ਦੁਆ ਕਰਨੀ ਹੈ, ਇਹਦੀ ਬੁੱਧੀ ਵਾਸਤੇ ਸਮਝ ਵਾਸਤੇ ਪ੍ਰਾਰਥਨਾ ਕਰਨੀ ਹੈ। ਤੇ ਜਿਉਂ-ਜਿਉਂ ਇਹ ਕੱਦ ਵਿੱਚ ਵਧੇ, ਰੂਹਾਨੀਅਤ ਵਿੱਚ ਵਧੇ, ਜਿਸਮਾਨੀਅਤ ਵਿੱਚ ਵਧੇ, ਵੱਡਾ ਹੋ ਕੇ ਤੇ ਪ੍ਰਭੂ ਨੂੰ ਪਸੰਦ ਆਉਣ ਵਾਲਾ ਹੋਵੇ, ਤੇ ਇਹਦੀ ਜ਼ਿੰਦਗੀ ਤੋਂ ਪਰਮੇਸ਼ਰ ਨੂੰ ਵੀ ਮਹਿਮਾ ਮਿਲੇ ਤੇ ਇਸ ਪਰਿਵਾਰ ਨੂੰ ਖੁਦਾ ਦੀ ਆਸ਼ੀਸ਼ ਮਿਲੇ, ਇਹਦੇ ਦੁਆਰਾ ਖੁਸ਼ੀ ਮਿਲੇ। ਸੋ ਅੱਜ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਵਚਨ ਚੋਂ, ਕਿਉਂਕਿ ਜਿਸ ਦਿਨ ਇਸ ਬੱਚੇ ਦੇ ਜਨਮ ਦਿਨ ਦੀ ਤਰੀਕ ਘਰ ਬੈਠੇ ਲਿਖਾਉਣ ਵਾਸਤੇ ਗਏ, ਤੇ ਮੈਨੂੰ ਕਹਿੰਦੇ ਕਿ ਮਤਲਬ ਜਨਮ ਦਿਨ ਆ। ਮੈਂ ਕਿਹਾ ਕੇਕ ਤੇ ਨਹੀਂ ਕੱਟਣਾ, ਕਹਿੰਦੇ ਵੀ ਕੱਟਣਾ ਕੇਕ। ਪਰ ਮੈਂ ਤੁਸੀਂ ਕੇਕ ਦੀ ਹਿਸਟਰੀ ਸੁਣੀ ਆ, ਤੁਹਾਡੇ ਵਿੱਚੋਂ ਵੀ ਸਾਰਿਆਂ ਨੇ ਸੁਣੀ ਹੋਣੀ ਵੀ ਕੇਕ ਕਿਉਂ ਕੱਟਿਆ ਜਾਂਦਾ ਸੀ ਤੇ ਕਾਹਦੇ ਵਾਸਤੇ ਕੱਟਦੇ ਸੀ। ਇਹ ਦੁਨੀਆ ਦੇ ਲੋਕ ਮੈਂ ਕਿਹਾ ਕੱਟਦੇ ਨੇ ਤਾਂ ਕੱਟ ਸਕਦੇ ਨੇ, ਪਰ ਜਿਹੜੇ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੇ ਨਵਾਂ ਜੀਵਨ ਪਾਇਆ, ਉਹਨਾਂ ਵਾਸਤੇ ਨਹੀਂ ਹੈ। ਕਹਿੰਦੇ ਠੀਕ ਆ, ਕਿਉਂਕਿ ਜਿਹੜੇ ਲੋਕ ਮੰਨ ਲੈਂਦੇ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ, ਜਿਹੜਾ ਮੰਨਦਾ ਨਹੀਂ ਉਹਨੂੰ ਕਦੀ ਸਿਖਾਇਆ ਵੀ, ਤੇ ਨਾ ਉਹ ਮਤਲਬ ਮੰਨ ਵੀ ਲਵੇ ਤਾਂ ਫਿਰ ਆਪਣੀ ਮਰਜ਼ੀ ਕਰਦਾ, ਤੇ ਉਹਦੇ ਤੇ ਕੋਈ ਗੱਲ ਵੀ ਨਹੀਂ ਹੈ। ਤੇ ਇਸ ਕਰਕੇ ਜਿਹੜੀ ਕੇਕ ਦੀ ਥਿਊਰੀ ਆ ਉਹ ਇਸ ਤਰ੍ਹਾਂ ਆ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਇਹ ਜਿਹੜਾ ਕੇਕ ਆ, ਇੱਕ ਭੂਤ ਹੁੰਦਾ ਸੀ, ਤੇ ਉਹ ਇਸਰਾਇਲ ਦੇ ਲੋਕਾਂ ਤੇ ਇੱਕ ਵੱਖਰਾ ਕਬੀਲਾ ਆ, ਉਹ ਵੱਖਰਾ ਕਬੀਲਾ ਆ।
ਉਹ ਕਬੀਲੇ ਦੇ ਲੋਕ ਜਿਹੜੇ ਸੀ ਉਹਨਾਂ ਨੂੰ ਭੂਤ ਪ੍ਰੇਤ ਜਿਹੜੇ ਸੀ ਬੜੇ ਸਤਾਇਆ ਕਰਦੇ ਸੀ। ਤੇ ਉਹਨਾਂ ਦਾ ਜਿਹੜਾ ਕੋਈ ਵੱਡ ਵਡੇਰਾ ਸੀ, ਉਹਨੇ ਭੂਤਾਂ ਦੀ ਕੁਰਬਾਨੀ ਵਾਸਤੇ ਇੱਕ ਮਤਲਬ ਕੇਕ ਕੱਟਿਆ। ਜਦੋਂ ਉਹਨਾਂ ਨੇ ਕੇਕ ਕੱਟ ਕੇ ਇਸ ਤਰ੍ਹਾਂ ਉਹ ਤੇ ਕਰਦ ਫੇਰੀ ਆ, ਤੇ ਉਹਨੂੰ ਕੇਕ ਨੂੰ ਇੱਕ ਜਿੱਦਾਂ ਮਤਲਬ ਬੰਦਾ ਹਲਾਲ ਕਰਦਾ, ਹਲਾਲ ਦੇ ਰੂਪ ਵਿੱਚ ਉਹਨੂੰ ਇਸ ਤਰ੍ਹਾਂ ਕੇਕ ਕੱਟਿਆ। ਜਦੋਂ ਕੇਕ ਕੱਟਿਆ ਮਤਲਬ ਬੜੀ ਲੰਬੀ ਛੁਰੀ ਹੈਗੀ ਆ, ਪਰ ਮੈਂ ਬਿਲਕੁਲ ਤੁਹਾਨੂੰ ਲਾਸਟ ਵਿੱਚ ਦੱਸਣ ਲੱਗਾ ਕਿ ਕੇਕ ਕੱਟਣ ਤੋਂ ਬਾਅਦ ਉਹ ਜਿਹੜੇ ਭੂਤ ਸੀ ਨਾ, ਉਹ ਆ ਕੇ ਫਿਰ ਜਿਹੜਾ ਬੰਦਾ ਕੇਕ ਕੱਟਦਾ, ਜਿਹੜਾ ਕੁਰਬਾਨੀ ਦਿੰਦਾ, ਤੇ ਉਹਦੀ ਆ ਕੇ ਸ਼ਕਲ ਵੇਂਦੇ ਸੀ। ਤੇ ਫਿਰ ਕੀ ਕਰਦੇ ਸੀ, ਜਦੋਂ ਕੇਕ ਮਤਲਬ ਕੱਟ ਲੈਂਦੇ ਸੀ ਤੇ ਉਹ ਸਾਰਾ ਕੇਕ ਉਹਦੇ ਮੂੰਹ ਉੱਤੇ ਮਲ ਦਿੰਦੇ ਸੀ ਕਿ ਭੂਤ ਨੂੰ ਪਛਾਣ ਇਹਦੀ ਨਾ ਆਵੇ ਵੀ ਕੌਣ ਆ। ਅੱਜ ਵੀ ਤੁਸੀਂ ਦੇਖ ਲਓ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਬੜੀ ਖੁਸ਼ੀ ਦੇ ਨਾਲ ਐਦਾਂ ਦਾ ਕੇਕ ਫੜ ਕੇ ਤੇ ਕੀ ਕਰ ਦਿੰਦੇ ਨੇ, ਉਹਦੇ ਮੂੰਹ ਤੇ ਫੇਰ ਦਿੰਦੇ। ਜਾਣੀ ਕਿ ਇਹ ਸਾਰਾ ਕੁਛ ਜਿਹੜਾ ਨਾ ਮਤਲਬ ਉਸ ਪਾਸੇ ਨੂੰ ਆਪਾਂ ਇੰਨਾ ਨਹੀਂ ਜਾਣਾ, ਬਸ ਇੰਨੀ ਗੱਲ ਦੱਸੀ ਆ ਵੀ ਇਹ ਮਤਲਬ ਭੂਤਾਂ ਨੂੰ ਉਦੋਂ ਕੁਰਬਾਨੀ ਦਿੱਤੀ ਜਾਂਦੀ ਸੀ ਕੇਕ ਉਹਦੇ ਜਨਮ ਦਿਨ ਦੇ ਉੱਤੇ। ਤੇ ਅੱਜ ਤੱਕ ਵੀ ਉਹ ਜਿਹੜੇ ਲੋਕ ਨੇ ਆਪਣੀ ਉਸ ਰੀਤੀ ਨਾਲ ਚੱਲਦੇ ਆ ਰਹੇ ਨੇ। ਉਹਦੇ ਤੋਂ ਹੀ ਲੋਕ ਮਤਲਬ ਵੀ ਆਸਤੇ ਆਸਤੇ ਗਾੜੀ ਫਿਰ ਹੋਰ ਕੰਮ ਵੱਧ ਗਿਆ ਕੀਤਾ। ਮੈਰਿਜ ਦੇ ਟਾਈਮ ਤੇ ਵੀ ਲੋਕੀ ਕੇਕ ਕੱਟਦੇ ਨੇ, ਹੋਰ ਵੀ ਕਈ ਮੌਕਿਆਂ ਉੱਤੇ ਲੋਕ ਕੇਕ ਕੱਟਦੇ ਨੇ। ਪਰ ਖਾਸ ਕਰਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਦਾ, ਜਿਨ੍ਹਾਂ ਨੇ ਤੋਬਾ ਕੀਤੀ ਆ ਤੇ ਪਾਣੀ ਦਾ ਬਪਤਿਸਮਾ ਲਿਆ ਆ ਤੇ ਪਾਕ ਰੂਹ ਦੀ ਸਮਰੱਥਾ ਪਾਈ ਆ ਤੇ ਇਸ ਵਚਨ ਦੇ ਅਨੁਸਾਰ ਆਪਣੇ ਚੱਲਦੇ ਨੇ, ਉਹਨਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਉੱਤੇ ਕਦੀ ਕੇਕ ਕਟਾਉਣਾ ਨਹੀਂ ਚਾਹੀਦਾ। ਬਸ ਉਹਨਾਂ ਨੂੰ ਸ਼ੁਕਰਗੁਜ਼ਾਰੀ ਦੀ ਇਬਾਦਤ ਕਰਾਉਣੀ ਚਾਹੀਦੀ ਹੈ। ਜਦੋਂ ਅਸੀਂ ਸ਼ੁਕਰਗੁਜ਼ਾਰੀ ਦੀ ਇਬਾਦਤ ਕਰਾਉਂਦੇ ਆ ਤੇ ਉਸ ਵਕਤ ਫਿਰ ਖੁਦਾ ਨੂੰ ਪਸੰਦ ਹੁੰਦੀ ਆ। ਉਹ ਚੀਜ਼ਾਂ ਸਾਰੀਆਂ ਦੁਨੀਆ ਵਿੱਚ ਨੇ ਤੇ ਦੁਨੀਆ ਦੇ ਲੋਕਾਂ ਵਾਸਤੇ, ਉਹ ਪਰਮੇਸ਼ਰ ਦੇ ਲੋਕਾਂ ਵਾਸਤੇ ਨਹੀਂ। ਬਾਕੀ ਪਤਾ ਨਹੀਂ ਹੁਣ ਇਸ ਗੱਲ ਨਾਲ ਕਿੰਨੇ ਸਹਿਮਤ ਹੁੰਦੇ ਨੇ ਜਾਂ ਕਿੰਨੇ ਨਹੀਂ ਹੁੰਦੇ। ਤੇ ਪਰ ਜਿਹੜੇ ਲੋਕ ਇਸ ਬਾਈਬਲ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਉਹਨਾਂ ਨੇ ਨਹੀਂ। ਤੇ ਜਿਹੜੇ ਲੋਕ ਇਸ ਬਾਈਬਲ ਦੇ ਨਾਲ ਵੀ ਚੱਲਦੇ ਨੇ, ਦੁਨੀਆ ਨਾਲ ਵੀ ਚੱਲਦੇ ਨੇ, ਤਾਂ ਉਹਨਾਂ ਵਾਸਤੇ ਕੋਈ ਪਾਬੰਦੀ ਵੀ ਨਹੀਂ, ਉਹ ਕਰ ਸਕਦੇ ਨੇ। ਤੇ ਪਰ ਜਿਹੜੇ ਲੋਕ ਖੁਦਾ ਦੇ ਅਨੁਸਾਰ ਤੇ ਖੁਦਾ ਦੇ ਹੁਕਮਾਂ ਦੇ ਵਿੱਚ ਰਹਿੰਦੇ ਨੇ, ਕਿਉਂਕਿ ਰਾਤ ਮੈਂ ਦੱਸਣ ਰਿਹਾ ਸੀ, ਦੁਆ, ਦਾਨ, ਸੇਵਾ, ਸੰਗਤੀ ਸਾਰੀਆਂ ਚੀਜ਼ਾਂ ਨਾਲੋਂ ਵੱਧ ਕੇ ਹੁਕਮ ਹੈ। ਜੇ ਆਪਾਂ ਹੁਕਮ ਵਿੱਚ ਆ, ਸਾਡੀ ਛੋਟੀ ਜਿਹੀ ਦੁਆ ਵੀ ਸੁਣੀ ਜਾਏਗੀ, ਥੋੜਾ ਦਾਨ ਵੀ ਕਬੂਲ ਕੀਤਾ ਜਾਏਗਾ, ਥੋੜੀ ਸੇਵਾ ਵੀ ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਕੀਤੀ ਜਾਏਗੀ। ਪਰ ਜੇ ਅਸੀਂ ਹੁਕਮ ਵਿੱਚ ਨਹੀਂ ਆ ਤੇ ਸਾਡੀ ਲੰਮੀ ਦੁਆ ਵੀ ਕਦੀ ਕਬੂਲ ਕੀਤੀ ਨਹੀਂ ਜਾ ਸਕਦੀ। ਗੱਲ ਹੁਕਮ ਦੀ ਆ, ਵੀ ਹੁਕਮ ਵਿੱਚ ਰਹਿੰਦੇ ਆ ਤੇ ਸਾਰਾ ਕੁਝ ਹੀ ਆ, ਤੇ ਇਹ ਹੁਕਮ ਤੋਂ ਬਾਹਰ ਰਹਿੰਦੇ ਆ ਤੇ ਸਾਡਾ ਸਾਰਾ ਕੁਝ ਵਿਅਰਥ ਹੋ ਜਾਂਦਾ। ਤਾਂ ਇਸ ਕਰਕੇ ਅੱਜ ਅਸੀਂ ਖੁਦਾ ਦੇ ਵਚਨ ਪੜ੍ਹਦੇ ਹਾਂ, ਭਵਿਸ਼ਤਾ ਸਾਰ ਦੀ ਕਿਤਾਬ, ਉਹਦਾ 6 ਬਾਬ ਤੋਂ ਉਹਦੀ 5 ਆਇਤ ਤੋਂ। ਅਸੀਂ ਕਈ ਵਾਰੀ ਵਚਨ ਪੜ੍ਹੇ ਤੇ ਸਿੱਖੇ ਨੇ, ਪਰ ਫਿਰ ਮੈਂ ਤੁਹਾਨੂੰ ਦੱਸਣਾ ਵੀ ਬਣੀ ਇਸਰਾਇਲ ਲੋਕ ਜਿਹੜੇ ਸੀ ਤਕਰੀਬਨ ਮਿਸਰ ਦੇ ਵਿੱਚ 430 ਸਾਲ ਗੁਲਾਮ ਰਹੇ। ਜਦੋਂ 430 ਸਾਲ ਗੁਲਾਮ ਰਹੇ ਨੇ ਤੇ ਉੱਥੇ ਉਹਨਾਂ ਨੇ ਬੜਾ ਦੁੱਖ, ਬੜਾ ਕਸ਼ਟ, ਬੜੀਆਂ ਮੁਸ਼ਕਿਲਾਂ, ਪਰੇਸ਼ਾਨੀਆਂ ਦੇ ਵਿੱਚੋਂ ਦੀ ਆਪਣੀ ਜਿਹੜੀ ਜ਼ਿੰਦਗੀ ਸੀ ਉਹ 430 ਸਾਲ ਗੁਜ਼ਾਰੀ। ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਰਮੇਸ਼ਰ ਦੇ ਗਾੜੀ ਦੁਹਾਈ ਦਿੱਤੀ ਕਿ ਖੁਦਾ ਬਾਪ, ਅਸੀਂ ਬੜੇ ਇਸ ਜਗ੍ਹਾ ਤੇ ਦੁਖੀ ਤੇ ਪਰੇਸ਼ਾਨ ਆ, ਤੇ ਸਾਨੂੰ ਤੁਸੀਂ ਇਸ ਜਗ੍ਹਾ ਤੋਂ ਕੱਢ ਕੇ ਤੇ ਬਾਹਰ ਲੈ ਜਾਓ। ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਉਹ ਬੜੇ ਪਰੇਸ਼ਾਨ ਸੀ ਤੇ ਪਰਮੇਸ਼ਰ ਨੇ ਉਹਨਾਂ ਵਾਸਤੇ ਸਪੈਸ਼ਲ ਆਪਣੇ ਦਾਸ ਨੂੰ ਭੇਜਿਆ, ਯਾਨੀ ਕਿ ਮੂਸਾ ਨੂੰ ਭੇਜਿਆ, ਤੇ ਮੂਸਾ ਦੇ ਦੁਆਰਾ ਉਹਨਾਂ ਨੂੰ ਮਿਸਰ ਦੀ ਗੁਲਾਮੀ ਵਿੱਚੋਂ ਛੁਟਕਾਰਾ ਮਿਲਿਆ। ਉਸ ਤੋਂ ਬਾਅਦ ਉਹ ਲਾਲ ਸਮੁੰਦਰ ਪਾਰ ਕਰਕੇ, ਤੇ ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਉਹ ਤਕਰੀਬਨ ਰਸਤਾ ਥੋੜੇ ਚਿਰ ਦਾ ਹੀ, ਪਰ ਉਹਨਾਂ ਦੀ ਆਪਣੀ ਗਲਤੀ ਕਰਕੇ ਲੰਬਾ ਰਸਤਾ ਹੋ ਗਿਆ। ਤੇ ਉੱਥੇ ਫਿਰ ਮਤਲਬ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਦਾਸ ਮੂਸਾ ਦੇ ਦੁਆਰਾ ਬਹੁਤ ਸਾਰਾ ਕਲਾਮ,
बहुत सारिया गल्लां जिहड़ियां सी ओह सिखाईयां। पर उस जगह दे उत्ते खास करके जिहड़े उन्हां दे माँ बाप सी, जिहड़े मतलब मिशन विचों निकल के आए सी मूसा दे नाल, उन्हां दे माँ बाप सी ते उन्हां नूं प्रभु परमेश्वर ने आख्या भी इंज कर, ऐ लै मेरा वचन ते उन्हां दे माँ बाप नूं पहला मेरा कलाम सिखा। ਜਦੋਂ ਉਹਨਾਂ ਦੇ ਮਾਂ-ਬਾਪ ਕਲਾਮ ਸਿੱਖ ਲੈਣਗੇ ਤੇ ਉਹਨਾਂ ਨੂੰ ਕਹਿਣਾ ਕਿ ਇਹ ਕਲਾਮ ਤੁਸੀਂ ਜਾ ਕੇ ਤੇ ਆਪਣੇ ਬੱਚਿਆਂ ਨੂੰ ਕਰੋ, ਸਿਖਾਓ। ਪਹਿਲਾਂ ਤੁਸੀਂ ਸਿੱਖੋ, ਉਸ ਤੋਂ ਬਾਅਦ ਫਿਰ ਤੁਹਾਡੇ ਬੱਚੇ ਕਲਾਮ ਸਿੱਖਣ। ਕਿਉਂ ਕਲਾਮ ਕਿਉਂ ਸਿਖਾਉਣ ਦੀ ਜ਼ਰੂਰਤ ਪਈ? ਕਿਉਂਕਿ ਜਦੋਂ ਉਹ ਮਿਸ਼ਨ ਵਿੱਚ ਸੀ ਨਾ, ਤੇ ਮਿਸ਼ਨ ਦੇ ਵਿੱਚ ਰਹਿ ਕੇ ਉਹਨਾਂ ਨੇ ਤਕਰੀਬਨ ਸਮਝ ਲਓ ਕਿ 90% ਜਿਹੜੀ मिशन दियां तमाम रीतां रिवाजां, उन्हां दियां बुत प्रस्तियां, उन्हां दे वहम प्रस्तियां, उन्हां दियां सारियां जिहड़ियां मतलब देवी देवते दियां रीतियां रिवाजां सी, सारियां इसराइल दे लोकां ने मिशन विचों ही कर लियां, सिख लियां। जिवें अज दे दिन भी असीं भी देखदे हां कि इस दुनिया दे विच रह के आपां प्रभु नूं मनण वाले जिन्ने भी लोग हैं, जिन्हां ने नया जन्म पाया हुंदा ते जां जिन्हां ने मतलब एक मसीह परिवार दे विच जन्म लिया हुंदा, तकरीबन कुछ गल्लां जिहड़ियां ने इस बाइबल दे विच नहीं लिखियां, जिहड़ियां आपां दुनिया विचों सारियां कर लैंदे आ, सिख लैंदे आ। ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਤੇ ਸਾਡੇ ਅੰਦਰ ਆ ਕੇ ਉਹ ਘਰ ਕਰ ਜਾਂਦੀਆਂ ਨੇ, ਤੇ ਮੁੜ ਕੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢਣਾ ਸਾਡੇ ਵਾਸਤੇ ਬੜਾ ਕੀ ਹੋ ਜਾਂਦਾ, ਔਖਾ ਹੋ ਜਾਂਦਾ। ਪਹਿਲਾਂ ਮਾਂ-ਬਾਪ ਦੇ ਅੰਦਰੋਂ ਬੜਾ ਔਖਾ ਨਿਕਲਦਾ ਹੈ ਤੇ ਫਿਰ ਬੱਚਿਆਂ ਵਿੱਚੋਂ ਬੜਾ ਔਖਾ ਨਿਕਲਦਾ। ਮੰਨ ਲਓ ਜਿਵੇਂ ਆਪਾਂ ਕਿਸੇ ਤਿਉਹਾਰ ਦੇ ਖਿਲਾਫ ਨਹੀਂ ਆ, ਮੰਨ ਲਓ ਜਿਵੇਂ ਵੀ ਰੱਖੜੀ ਬੰਨ੍ਹਦੇ ਨੇ ਜਿਹੜੇ ਲੋਕ, ਅਸੀਂ ਇਹ ਤਿਉਹਾਰ ਨੂੰ ਮਤਲਬ ਆਦਰ ਦਿੰਦੇ ਆ, ਇੱਜ਼ਤ ਕਰਦੇ ਆ, ਪਰ ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ ਤੁਸੀਂ ਉਹਨਾਂ ਵਿੱਚ ਜਾਓ ਪਰ ਉਹਨਾਂ ਵਰਗੇ ਜਾ ਕੇ ਤੁਸੀਂ ਕੰਮ ਨਾ ਕਰੋ। ਇਹ ਜਿਹੜਾ ਹੁਣ ਮਤਲਬ ਇਹ ਜਿਹੜੀ ਚੀਜ਼ ਹੈ ਮਸੀਹ ਲੋਕਾਂ ਵਾਸਤੇ ਨਹੀਂ ਹੈ, ਨਾ ਇਹ ਬਾਈਬਲ ਚੋਂ ਤਾਂ ਸਿੱਖੀ ਆ, ਨਾ ਬਾਈਬਲ ਵਿੱਚ ਸਿਖਾਈ ਗਈ ਆ। ਇਹ ਆਪਾਂ ਕਿੱਥੋਂ ਸਿੱਖ ਲਈ ਆ? ਇਹ ਆਪਾਂ ਬਾਹਰੋਂ ਸਿੱਖੀ ਆ, ਦੁਨੀਆ 'ਚ ਸਿੱਖੀ ਆ। ਤੇ ਅੱਜ ਵੀ ਮਤਲਬ ਜਿਹੜੇ ਦੁਆ ਕਰਨ ਵਾਲੇ ਲੋਕ ਨੇ ਉਹ ਡੱਬਾ ਵੀ ਲੈ ਜਾਂਦੇ ਨੇ ਤੇ ਰੱਖੜੀ ਵੀ ਲੈ ਜਾਂਦੇ ਨੇ ਬਣਾ ਕੇ, ਤੇ ਕਦਾ ਸੂਟ ਵੀ ਘਰ ਵਾਪਸ ਲੈ ਆਉਂਦੇ ਨੇ। ਇਹ ਤਾਂ ਸਾਰਾ ਕੁਛ ਨਾ ਆਪਣੇ ਮਨ ਦੀ ਖੁਸ਼ੀ ਪੂਰੀ ਕਰ ਲਈ, ਪਰ ਹੁਕਮ ਵੀ ਕਰ ਦਿੱਤਾ ਉਹਨਾਂ ਨੇ, ਤੋੜ ਦਿੱਤਾ। ਮਨ ਦੀ ਖੁਸ਼ੀ ਕਰ ਲਈ ਆ, ਹੁਕਮ ਟੁੱਟ ਗਿਆ। ਜਦੋਂ ਹੁਕਮ ਟੁੱਟ ਗਿਆ ਤੇ ਫਿਰ ਸਮਝ ਲਓ ਵੀ ਅਸੀਂ ਆਪਣੇ ਪਰਮੇਸ਼ਰ ਤੋਂ ਹੋ ਗਿਆ, ਦੂਰ ਹੋ ਗਿਆ। ਕਿਉਂਕਿ ਹਵਾ ਕੋਲੇ ਬਸ ਇਹੋ ਹੀ ਗੱਲ ਹੋਈ, ਹਵਾ ਕੋਲ ਟੁੱਟ ਗਿਆ ਸੀ, ਹੁਕਮ ਹੀ ਟੁੱਟਾ ਸੀ ਹਵਾ ਦੇ ਕੋਲ। ਕੋਈ ਏਡਾ ਤਕੜਾ ਉਹਨੇ ਗੁਨਾਹ ਥੋੜੀ ਕਰ ਲਿਆ, ਹੁਕਮ ਟੁੱਟ ਗਿਆ ਤੇ ਖੁਦਾ ਦਾ ਤੇ ਹਵਾ ਦਾ ਤੇ ਆਦਮ ਦਾ ਆਪਸ ਵਿੱਚ ਕੀ ਪੈ ਗਿਆ? ਜੁਦਾਈ ਪੈ ਗਈ, ਦੀਵਾਰ ਨਿਕਲ ਗਈ। ਇਸ ਕਰਕੇ ਅਸੀਂ ਮਤਲਬ ਅੱਜ ਇਹਨਾਂ ਵਚਨਾਂ ਦੇ ਅਨੁਸਾਰ ਦੇਖਣਾ ਹੈ। ਤੋ ਜੇ ਮਤਲਬ ਆਪਾਂ ਦੁਨੀਆ ਵਿੱਚ ਰਹਿ ਕੇ ਦੁਨੀਆ ਦੀਆਂ ਤਮਾਮ ਚੀਜ਼ਾਂ ਸਿੱਖ ਲਈਆਂ ਨੇ, ਤੇ ਮਿਸ਼ਨ ਵਿੱਚ ਰਹਿ ਕੇ 430 ਸਾਲ ਉਹਨਾਂ ਨੇ ਵੀ ਤਕਰੀਬਨ ਸਾਰਾ ਕੁਝ ਮਿਸ਼ਨ ਵਿੱਚੋਂ ਹੀ ਕਰ ਲਿਆ, ਸਿੱਖ ਲਿਆ। ਜਿੱਦਣ ਮੂਸਾ ਪ੍ਰਭੂ ਦਾ ਦਾਸ ਪਹਾੜ ਉੱਤੇ 10 ਹੁਕਮ ਲਿਖਾਉਣ ਵਾਸਤੇ ਪਰਮੇਸ਼ਰ ਦੇ ਕੋਲ ਚਲ ਗਿਆ, ਤੇ 40 ਦਿਨਾਂ ਦੇ ਵਿੱਚ ਕਿੰਨੀ ਤਕਨੀਕ ਹੀ ਉਹਨਾਂ ਦੇ ਅੰਦਰ, ਕਿੰਨੀ ਇੱਕ ਮਤਲਬ ਉਹਨਾਂ ਦੇ ਅੰਦਰ ਟੈਕਨੋਲੋਜੀ ਸੀ ਕਿ 40 ਦਿਨਾਂ ਦੇ ਵਿੱਚ ਦਵਾ ਦਵ ਸਾਰੇ ਲੋਕਾਂ ਦੇ ਕੋਲੋਂ ਸੋਨਾ ਲਵਾ ਕੇ ਤੇ ਇਹਨੂੰ ਸੋਨੇ ਨੂੰ ਘਾਲ ਕੇ ਤੇ 40 ਦਿਨਾਂ ਤੋਂ ਪਹਿਲੇ ਸੋਨੇ ਦਾ ਬੁੱਤ ਇੱਕ ਉੱਚੀ ਜਗ੍ਹਾ ਉੱਤੇ ਖੜਾ ਕਰਕੇ ਉਹਦੇ ਗਾੜੀ ਧੂਪ ਬੱਤੀ ਜਗਾ ਕੇ ਤੇ ਮੱਥਾ ਟੇਕ ਕੇ ਤੇ ਉੱਚੀ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ। ਇਹੋ ਹੀ ਦੇਵਤਾ ਆ ਜਿਹਨੇ ਮਿਸ਼ਨ ਵਿੱਚੋਂ ਸਾਨੂੰ ਕੀਤਾ ਬਾਹਰ ਕੱਢ ਗਿਆ। ਕਿੰਨਿਆਂ ਦਿਨਾਂ ਦੇ ਵਿੱਚ? 40 ਦਿਨਾਂ ਦੇ ਵਿੱਚ। ਅੱਜ ਤੁਸੀਂ ਕਿਸ ਸਿਨਾਰੇ ਕੋਲ ਜਾਓ ਤੇ ਉਹਨੂੰ ਕਹੋ ਪਿਆ ਮੇਰੀ ਚੀਜ਼ ਤਿਆਰ ਕਰ ਦੇਣੀ ਆ, ਉਹ ਵੀ 5-4 ਦਿਨ ਦਾ ਕੀ ਦੇ ਦਿੰਦਾ, ਟਾਈਮ ਦੇ ਦਿੰਦਾ। ਤੇ ਇਹਨੂੰ ਮਤਲਬ ਇਹਨਾਂ ਨੇ ਕਿੰਨੀ ਜਲਦੀ ਤਿਆਰ ਕਰ ਲਿਆ, ਕਿੰਨਾ ਗਿਆਨ ਸੀ ਇਹਨਾਂ ਦੇ ਕੋਲ। ਤੇ ਇਸ ਕਰਕੇ ਸਾਰੀਆਂ ਚੀਜ਼ਾਂ ਉਹਨਾਂ ਮਿਸ਼ਨ ਵਿੱਚੋਂ ਸਿੱਖ ਲਈਆਂ। ਪਰਮੇਸ਼ਰ ਨੇ ਜਦੋਂ ਗੌਰ ਕੀਤੀ, ਬੜੀ ਗਹਿਰਾਈ ਦੇ ਨਾਲ ਗੌਰ ਕੀਤੀ, ਤੇ ਉਹਨੇ ਕਿਹਾ ਕਿ
ਇਹਨਾਂ ਦੇ ਅੰਦਰ ਵੀ ਵਚਨ ਹੈ ਨਹੀਂ ਆ, ਤੇ ਇਹਨਾਂ ਦੀ ਗਾੜੀ ਬੱਚਿਆਂ ਦੇ ਵਿੱਚ ਵੀ ਮੇਰਾ ਵਚਨ ਹੋਣਾ ਨਹੀਂ ਆ। ਉਹਨਾਂ ਨੇ ਮੂਸਾ ਨੂੰ ਕਿਹਾ, ਮੂਸਾ ਜਾ ਕੇ ਤੇ ਪਹਿਲਾਂ ਉਹਨਾਂ ਦੇ ਮਾਂ-ਬਾਪ ਨੂੰ ਵਚਨ ਸਿਖਾ। ਜਦੋਂ ਮਾਂ-ਬਾਪ ਉਹਨਾਂ ਵਚਨ ਸਿੱਖ ਲੇਗਾ ਨਾ, ਤੇ ਮੁੜ ਕੇ ਉਹਨਾਂ ਨੂੰ ਕਹੇਗੀ ਤੁਸੀਂ ਜਾ ਕੇ ਵਚਨ ਕਿਹਨਾਂ ਨੂੰ ਸਿਖਾ ਲਓ, ਆਪਣੇ ਬੱਚਿਆਂ ਨੂੰ ਸਿਖਾਓ। ਇਸ ਰਾਤ, ਪਰਸੋਂ ਰਾਤ ਸਾਡੀ ਮਤਲਬ ਬੰਦਗੀ ਸੀ। ਇੱਕ ਸਾਡੇ ਭਾਈ ਆ, ਉਹਦੇ ਜਨਮ ਦਿਨ ਦੇ ਉੱਤੇ ਬੰਦਗੀ ਸੀ, ਆਪਣੇ ਉਹਦੀ ਮੈਰਿਜ ਦੇ ਉੱਤੇ ਬੰਦਗੀ ਸੀ। ਤਾਂ ਮੈਂ ਦੱਸ ਰਿਹਾ ਸੀ ਕਿ ਇਹ ਸ਼ਾਦੀ ਕਰਾ ਲੈਣੀ ਸੌਖੀ ਆ, ਪਰ ਉਸ ਤੋਂ ਗਾੜੀ ਸ਼ਾਦੀ ਦੀ ਅਗਲੀ ਜ਼ਿੰਮੇਵਾਰੀ ਜਿਹੜੀ ਆ ਉਹ ਵੀ ਕਈ ਲੋਕ ਨਿਭਾ ਲੈਂਦੇ ਨੇ, ਕਿ ਮਤਲਬ ਸੌਦਾ ਪੱਤਾ ਲਿਆ ਕੇ ਦੇਣਾ, ਹੋਰ ਮਤਲਬ ਜਿਹਨੇ ਸੰਸਾਰਿਕ ਧੰਦੇ ਨੇ। ਪਰ ਜੋ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜੀ ਤੇਰੀ ਪਤਨੀ ਆ ਉਸ ਨੂੰ ਜਲ ਦੇ ਇਸ਼ਨਾਨ ਨਾਲ, ਪਾਣੀ ਨਾਲ ਸ਼ੁੱਧ ਕਰਕੇ ਤੇ ਕੀ ਕਰਨ, ਪਵਿੱਤਰ ਕਰ ਤੇ ਆਪਣੇ ਵਾਸਤੇ ਪ੍ਰਕਾਸ਼ਵਾਨ ਤੇ ਪ੍ਰਤਾਪਵਾਨ ਕਲੀਸਿਆ ਵਾਂਗ ਕਰ ਤੂੰ ਉਹਨੂੰ ਤਿਆਰ। ਮੈਂ ਆਖਿਆ ਕਿ ਜਦ ਤੇਰੀ ਪਤਨੀ ਵਚਨ ਨਹੀਂ ਮੰਨਦੀ, ਤੇਰੀ ਪਤਨੀ ਕਲਾਮ ਨੂੰ ਨਹੀਂ ਮੰਨਦੀ, ਦੁਆ ਨਹੀਂ ਕਰਦੀ, ਬਾਈਬਲ ਨਹੀਂ ਉਹ ਪੜ੍ਹਦੇ, ਅਤਵਾਰ ਦੀ ਸੰਗਤੀ ਵਿੱਚ ਨਹੀਂ ਜਾਂਦੇ, ਉਹ ਤੇਰੀ ਜ਼ਿੰਮੇਵਾਰੀ ਉਹਦੇ ਉੱਤੇ। ਤੇਰੀ ਜ਼ਿੰਮੇਵਾਰੀ ਇਹ ਆ ਕਿ ਤੂੰ ਮਤਲਬ ਉਸ ਵਚਨ ਨੂੰ ਸਵੇਰੇ ਜਾਂ ਸ਼ਾਮ ਨੂੰ ਆਪਣੀ ਪਤਨੀ ਨੂੰ ਪਰਮੇਸ਼ਰ ਦਾ ਕੀ ਸੁਣਾ, ਤੂੰ ਵਚਨ ਸੁਣਾ, ਉਹਨੂੰ ਵਚਨ ਸਿਖਾ, ਤਾਂ ਕਿ ਉਹਦੇ ਅੰਦਰ ਵੀ ਇੱਕ ਜੋਤ ਪੈਦਾ ਹੋ ਜਾਏ। ਅਗਰ ਆਪਾਂ ਵਚਨ ਨਹੀਂ ਸਿਖਾਉਂਦੇ ਤੇ ਆਪਣੀ ਖੁਦ ਦੀ ਪਤਨੀ ਦੀ ਅਸੀਂ ਉਹਦੇ ਖੂਨ ਦੇ ਕੀ ਬਣ ਜਾਵਾਂਗੇ, ਉਹਦੇ ਪਾਪ ਦੀ, ਉਹਦੀ ਜ਼ਿੰਦਗੀ ਜਿਹੜੀ ਗੁਨਾਹ ਵਿੱਚ ਆ, ਪਾਪ ਵਿੱਚ ਆ, ਜਾਂ ਸੰਸਾਰ ਵਿੱਚ ਉਹਦਾ ਜੀਵਨ ਬਤੀਤ ਹੋ ਗਿਆ ਤੇ ਸੰਸਾਰ ਨੂੰ ਛੱਡ ਕੇ ਉਹ ਚਲ ਗਈ। ਉਹਦੀਆਂ ਸਾਰੀ ਮਤਲਬ ਜਿਹੜੀ ਉਹਦੀ ਗਲਤੀਆਂ ਦੀ ਜ਼ਿੰਮੇਵਾਰੀ ਆ ਇੱਕ ਪਤੀ ਦੇ ਕੋਲ ਹੋਵੇਗੀ, ਤੇ ਖੁਦਾ ਉਹਦੇ ਪਤੀ ਕੋਲ ਉਹਦਾ ਕੀ ਲਵੇਗਾ, ਭੁਲੇਖਾ ਲਵੇਗਾ ਕਿ ਤੈਨੂੰ ਵਚਨ ਆਉਂਦਾ ਸੀ, ਤੈਨੂੰ ਮਤਲਬ ਤੂੰ ਸੰਗਤ ਵਿੱਚ ਜਾਂਦਾ ਸੀ, ਤੇ ਤੂੰ ਕਦੇ ਸਵੇਰੇ ਉੱਠ ਕੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਵੀ ਆਪਣੀ ਪਤਨੀ ਨੂੰ ਉਠਾ ਕੇ, ਤੇ ਇਹ ਨਹੀਂ ਕਿਹਾ ਵੀ ਉੱਠ ਤੂੰ ਵੀ ਕਰ ਦੁਆ ਕਰ, ਤੂੰ ਵੀ ਉੱਠ ਕੇ ਦੁਆ ਕਰ। ਜੇ ਤੇ ਕਹਿ ਦਿੱਤਾ ਦੁਆ ਕਰ ਉੱਠ ਕੇ, ਜੇ ਸ਼ਾਮ ਨੂੰ ਕਹਿਤਾ ਦੁਆ ਕਰੋ, ਸਵੇਰੇ ਉੱਠ ਕੇ ਕਹਿਤਾ ਦੁਆ ਕਰ, ਤੁਸੀਂ ਉਹਦੇ ਖੂਨ ਤੋਂ ਨਾਲ ਨਾਲ ਕੀ ਹੁੰਦੇ ਜਾਂਦੇ ਜੀ, ਭਰੀ ਹੁੰਦੇ ਜਾਂਦੇ। ਤੁਹਾਡੀ ਜ਼ਿੰਮੇਵਾਰੀ ਨਾਲ ਨਾਲ ਮੁੱਕਦੀ ਜਾਂਦੀ ਆ। ਤੇ ਜੇ ਨਹੀਂ ਤੁਸੀਂ ਸੋਚਿਆ ਤਾਂ ਨਹੀਂ, ਇਹਦੀ ਮਰਜ਼ੀ ਆ, ਕਰੇ ਦੁਆ ਨਾ ਕਰੇ, ਤੇ ਫਿਰ ਉਹਦਾ ਲੇਖਾ ਤੁਹਾਡੇ ਕੋਲ ਖੁਦਾ ਨੇ ਲਾ। ਇਹ ਅਫਸੀਆਂ ਦੇ ਖਾਤੇ ਵਿੱਚ ਲਿਖਿਆ। ਫਿਰ ਇੱਕ ਮਤਲਬ ਪਤਨੀ ਦੁਆ ਕਰਨ ਵਾਲੀ ਆ ਤੇ ਪਤੀ ਨਹੀਂ ਦੁਆ ਕਰਦਾ। ਪਤਰਸ ਦੇ ਖਾਤੇ ਵਿੱਚ ਲਿਖਿਆ, ਜੇ ਉਹ ਦੁਆ ਨਹੀਂ ਕਰਦਾ ਤੇ ਫਿਰ ਕੀ ਹੋਏਗਾ, ਪਰ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਪਤੀ ਨੂੰ ਪਰਮੇਸ਼ਰ ਦਾ ਵਚਨ ਸਿਖਾਉਣਾ, ਉਹਨੂੰ ਤਵਾਰ ਨੂੰ ਚਰਚ ਵਿੱਚ ਲੈ ਕੇ ਜਾਣਾ, ਉਹਦਾ ਫਰਜ਼ ਬਣਦਾ ਉਹਨੂੰ ਮਤਲਬ ਪਰਮੇਸ਼ਰ ਦੀਆਂ ਵਚਨ ਦੀਆਂ ਗੱਲਾਂ ਸਿਖਾ ਲੈਣੀਆਂ, ਤਾਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਉਹ ਖਿੱਚਿਆ ਜਾਵੇ ਤੇ ਉਹ ਪਰਮੇਸ਼ਰ ਦੇ ਘਰ ਵਿੱਚ ਜਾਵੇ, ਤੇ ਉਹ ਵੀ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰੇ। ਜੇ ਅਗਰ ਉਹ ਨਹੀਂ ਸਿਖਾਉਂਦੀ ਭੈਣ, ਤੇ ਉਹ ਆਪਣੇ ਪਤੀ ਦੀ ਆਪ ਕੀ ਹੋਵੇਗੀ, ਜ਼ਿੰਮੇਵਾਰ ਉਹਦੇ ਖੂਨ ਦੀ ਹੋਵੇਗੀ। ਇਹ ਰੱਬ ਦੇ ਵਚਨ ਵਿੱਚ ਲਿਖਿਆ ਇਸ ਗੱਲ ਦੀ ਕਿਤਾਬ ਵਿੱਚ। ਦੂਸਰਾ ਨੰਬਰ, ਜੇ ਬੱਚੇ ਤੁਹਾਡੇ ਦੁਆ ਵਾਲੇ ਨਹੀਂ ਆ ਤੇ ਤੁਹਾਨੂੰ ਉਹਨਾਂ ਦੇ ਖੂਨ ਤੋਂ ਬਰੀ ਹੋਣ ਵਾਸਤੇ ਦੁਆ ਵੱਲੋਂ ਵੀ ਕਹਿਣਾ, ਬਾਈਬਲ ਪੜ੍ਹਨ ਵੱਲੋਂ ਵੀ ਕਹਿਣਾ, ਐਤਵਾਰ ਨੂੰ ਸੰਗਤ ਵਿੱਚ ਜਾਣ ਵੱਲੋਂ ਵੀ ਤੁਸੀਂ ਕਹਿਣਾ, ਤੁਸੀਂ ਮਜਬੂਰ ਕਰਨਾ। ਜੇ ਉਹ ਨਹੀਂ ਜਾਂਦੇ ਤੇ ਤੁਸੀਂ ਉਹਦੇ ਖੂਨ ਤੋਂ ਕੀ ਜੇ, ਬਰੀ ਹੋ। ਤੇ ਜੇ ਉਹ ਜਾਣ ਨੂੰ ਤਿਆਰ ਆ, ਤੁਸੀਂ ਨਹੀਂ ਕਰਦੇ, ਤੇ ਫਿਰ ਤੁਹਾਨੂੰ ਉਹਦੇ ਖੂਨ ਦਾ ਲੇਖਾ ਦੇਣਾ ਪੈਣਾ। ਇਹ ਕੋਈ ਇਸ ਤਰ੍ਹਾਂ ਦੀ ਨਹੀਂ ਆ ਬਾਈਬਲ ਦੀ ਕਿ ਆਪਾਂ ਇਸ ਪਾਸੇ ਪੜ੍ਹਨਾ ਸ਼ੁਰੂ ਕਰ ਦਈਏ, 1 ਮਹੀਨੇ 'ਚ ਆਪਾਂ ਬਾਈਬਲ ਨੂੰ ਪੜ੍ਹ ਕੇ ਸਮਾਪਤ ਕਰ ਲਈਏ ਤੇ ਸੁਣ ਲਈਏ ਕਿ ਸਾਡੀ ਜਿਹੜੀ ਆਬਾਦਤ, ਜ਼ਿੰਦਗੀ ਦੀ ਆਬਾਦਤ ਹੈ, ਖੁਦਾ ਨੇ ਕਬੂਲ ਕਰ ਲੈਣੀ। ਨਹੀਂ, ਇਹ ਤਾਂ ਫਿਰ ਸਾਡਾ ਜਿਹੜਾ ਜੀਵਨ ਆ ਨਾ, ਉਹ ਸ਼ੈਤਾਨ ਨੂੰ ਪਸੰਦ ਆ ਸਕਦਾ, ਦੁਨੀਆ ਨੂੰ ਪਸੰਦ ਆ ਸਕਦਾ, ਖੁਦਾ ਨੂੰ ਤਾਂ ਉਦੋਂ ਨਹੀਂ ਪਸੰਦ ਆਣਾ ਜਦੋਂ ਉਹਦੇ ਹੁਕਮ ਵਿੱਚ ਆਪਾਂ ਪੂਰੇ ਆ।
फिर तुहाडे वास्ते आवाज आएगी कि ये मेरा प्यारा पुत्र है, इस तो मेरा जी की है प्रसन्न। हालेलुया हालेलुया। इस करके ये कुछ जिम्मेवारियां जिहड़ियां ने सानू निभाउणियां पैणियां। जे असीं नहीं निभाउंदे ते सानू मतलब लेखा भी देना पैना। एक सेवक जिहड़ा आ वो संगत विच जदों वचन नहीं सिखांदा सही ढंग दे नाल, ਉਹਨੂੰ ਸਾਰੀਆਂ ਰੂਹਾਂ ਦਾ ਕੀ ਦੇਣਾ ਪੈਣਾ? ਲੇਖਾ ਦੇਣਾ ਪੈਣਾ। ਜਦੋਂ ਉਹਨੇ ਸਿਖਾ ਦਿੱਤਾ, ਮੰਨ ਲਓ ਆਪਾਂ ਸ਼ਰਬਾਨੀ ਦਿੰਦੇ ਆ, ਅਸੀਂ ਗੀਤੇ ਕਹਿ ਦਿੰਦੇ ਆ ਭਾਈ ਅਯੋਗਤਾ ਤੋਂ ਬਿਨਾਂ ਕੋਈ ਖਾਵੇ ਨਾ। ਜਿਹੜਾ ਖਾਵੇਗਾ ਖੁਦ ਆਪ ਕੀ ਹੈ ਜ਼ਿੰਮੇਵਾਰ। ਸ਼ਰਬਾਨੀ ਲੈ ਕੇ ਜਿਹੜਾ ਨਹੀਂ ਸਹੀ ਚੱਲੇਗਾ ਉਹ ਖੁਦ ਆਪ ਜ਼ਿੰਮੇਵਾਰ। ਇਸ ਕਰਕੇ ਮਤਲਬ ਪਰਮੇਸ਼ਰ ਨੇ ਕਿਹਾ ਮਾਂ ਬਾਪ ਵਚਨ ਸਿੱਖੇ ਪਹਿਲਾਂ, फिर अपने बच्चों को सिखाया। आप पढ़ते हैं परमेश्वर के वचन चो, तुसी यहोवा अपने परमेश्वर नु अपने सारे मन अपनी सारी जान अते अपने सारे जोर नाल प्यार करो। अपने जोर नाल ही करो, प्यार करो। कौन कर प्यार? माँ बाप। बोलो पहले माँ बाप। कौन प्यार करना? पहले माँ बाप प्यार करन परमेश्वर, फिर ही बच्चे को सिखा लेंगे ना। मान लो एक माता आ, वो रोज टीवी वेंदी है, सवेरे वेंदी है, शाम वेंदी है, दोपहर वेंदी है, कदी उन्हें दुआ नहीं की, कदी उन्हें बाइबल नहीं पढ़ी। वो माँ अपने बच्चों को कुछ भी सिखा नहीं सकती। वो मैं ना खुदा दा कलाम छड्डो, वो पढ़ाई भी सिखा, उस माँ के बच्चे नलायक होणगे। वो बच्चे कदी कामयाब नहीं हो सकते। वो माँ आखे कि मेरे बच्चे डॉक्टर बन जाए तो बड़ी मुश्किल है। वो माँ आखे मेरा बेटा SSP बन जाए, डॉक्टर बन जाए, बड़ा अच्छा डिग्री प्राप्त कर ले, वास्ते मुश्किल है। क्यों? उन्हें मतलब अपने बच्चों की कोई इन्नी भी जिम्मेवारी है कि सवेरे उठ के 2 परौंठे बना बन के वो बैग च पा दिते, उन्होंने स्कूले घल दिता, बस तो लैके मुड़ के घर आ गए, घरों फिर बस उत्ते छड्ड आए। इन्नी की जिम्मेवारी है। अगली जिम्मेवारी नहीं तो वास्ते मैं घुटने टेक के अपने प्रभु गाली करा, दुआ करा, खुदा बाप मेरे बच्चों की दे तू बुद्ध दा आत्मा दे। अपने कोल होवेगा तो फिर ही कहेगी ना, समझ दा आत्मा दे, ज्ञान दा आत्मा दे। मेरे बच्चों आने वाले दिनों विच ए जुग दी पीढ़ी तो करी तू बचा के रखी। नशा वाले पासे ना जान, बुरिया कमां वाले पासे ना जान, क्योंकि संसार बहुत बुरा है और पाप दे नाल भरिया है। मेरे बच्चों को, नौजवान, मेरी धी वध रही है प्रभु ते संसार विच, इहदा जीवन तू बचा के रखी। मेरा बेटा संसार विच वध रहा प्रभु, इहदा जीवन तू बचा के रखी। ओ माँ रात उठ के दुआ करती है, ओ माँ सवेरे सुबह प्रभु के चरणों च बह जाती है, शाम घुटने टेक के परमेश्वर के चरणों च बह जाती है। उसके बच्चे जिहड़े ने बुद्धवान ते समझदार बन जाते। हालेलुया। क्यों? उन्हें कोशिश की अच्छा तो आजाद की, पर कदे कदे असी मतलब वेखो अजूब जिहड़ा सी ना, ਉਹਦੇ 7 ਪੁੱਤਰ ਸੀ ਅਯੂਬ ਦੇ ਤੇ 3 ਧੀਆਂ ਸੀ। ਜਦੋਂ ਮਤਲਬ ਆਪਣੇ ਆਪਣੇ ਘਰਾਂ ਵਿੱਚ ਦਾਵਤਾਂ ਦਿੰਦੇ ਸੀ, ਖਾਣਾ ਖਾਂਦੇ ਸੀ, ਤੇ ਅਯੂਬ ਉਹਨਾਂ ਵਾਸਤੇ ਸਪੈਸ਼ਲ ਜਦੋਂ ਉਹਨਾਂ ਦੇ ਦਿਨ ਪੂਰੇ ਹੋ ਜਾਂਦੇ ਸੀ ਤੇ ਅਯੂਬ ਸਪੈਸ਼ਲ ਉੱਠ ਕੇ ਨਾ ਆਪਣੇ 10 ਬੱਚਿਆਂ ਵਾਸਤੇ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਕੁਰਬਾਨੀ ਚੜਾਉਂਦਾ ਸੀ। ਕਿਉਂ? ਕਹਿੰਦਾ ਸੀ ਪ੍ਰਭੂ ਮੇਰੇ ਬੱਚੇ ਜਵਾਨ ਆ, ਨਾ ਜਾਣੇ खुदी में आन के हासे मजाक में आन के ते मतलब तेरे खिलाफ कोई मुंह जो शब्द उन्होंने कढ़ ना दिता होवे ते मेरे बच्चों की गलती खुदा बाप तू कर दे, माफ कर। हालेलुया। मेरे बच्चों की गलती खुदा बाप की कर दे तू माफ कर। किनियां मावां होणगियां? बहुत थोड़ियां ने जिहड़ियां अपने बच्चों दी गलतियां नूं लैके ते प्रभु दे किथे बेंदियां होणगियां, चरनां विच बेंदियां कि परमेश्वर जवान जंग उम्र विच ने, ना जाने साडे तो इलावा हो सकता ये कोई अपने जिंदगी विच कोई बुरा विचार बुरे ख्याल तेरे प्रति सोच लैन, कोई हासा मजाक दे विच तेरे खिलाफ कुछ बोल देन। परमेश्वर मेरे बच्चों की गलती कर दे तू माफ कर।
ਤੁਹਾਡਾ ਪਰਮੇਸ਼ਰ ਮਾਫ ਕਰੇਗਾ, ਕਿਉਂਕਿ ਉਹ ਦਿਆਲੂ ਤੇ ਕਿਰਪਾਲੂ ਆ, ਗੁੱਸੇ ਵਿੱਚ ਧੀਮਾ ਆ ਤੇ ਦਇਆ ਨਾਲ ਕੀ ਆ, ਭਰਪੂਰ। ਹਾਲੇਲੂਇਆ। ਦੁਆ ਕਰਨੀ ਸੌਖੀ ਆ, ਦੁਆ ਕਰਾਉਣੀ ਸੌਖੀ ਆ, ਦੁਆ ਤੇ ਜਾਣਾ ਸੌਖਾ ਹੀ ਆ, ਪਰ ਦੁਆ ਨੂੰ ਨਿਭਾਉਣਾ ਬੜਾ ਕੀ ਆ, ਔਖਾ ਲੱਗਦਾ ਉਹਨਾਂ ਨੂੰ ਜਿਹੜੇ ਹੁਕਮ 'ਚ ਨਹੀਂ। ਜਿਹੜੇ ਹੈ ਨੇ ਉਹਨਾਂ ਨੂੰ ਕੋਈ ਚੀਜ਼ ਵੀ ਔਖੀ ਲੱਗਦੀ ਨਹੀਂ। ਹਾਲੇਲੂਇਆ। ਇਸ ਕਰਕੇ ਪਹਿਲੇ ਤੁਸੀਂ ਪੂਰੀ ਆਪਣੀ ਸ਼ਕਤੀ ਨਾਲ, ਪੂਰੇ ਜ਼ੋਰ ਦੇ ਨਾਲ, ਪੂਰੇ ਮਨ ਦੇ ਨਾਲ ਤੁਸੀਂ ਪਹਿਲੇ ਆਪਣੇ ਯਹੋਵਾ ਪਰਮੇਸ਼ਰ ਨੂੰ ਕਰੋ ਪਿਆਰ ਕਰੋ। ਤੁਸੀਂ ਪਿਆਰ ਕਰੋ ਤੇ ਫਿਰ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਇਹ ਕਲਾਮ ਕਿੱਥੇ ਹੋਵੇ, ਤੁਹਾਡੇ ਹਿਰਦੇ ਦੇ ਉੱਤੇ ਹੋਵੇ। ਹਾਲੇਲੂਇਆ। ਇਹ ਵਚਨ ਤੁਹਾਡੇ ਹਿਰਦੇ ਉੱਤੇ ਹੋਵੇ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ। ਇਹ ਕਲਾਮ ਕਿਹਨਾਂ ਨੂੰ ਸਿਖਾ ਲਓ, ਤੁਸੀਂ ਆਪਣੇ ਬੱਚਿਆਂ। ਕਿਉਂ ਮੂਸਾ ਨੂੰ ਕਿਹਾ ਇਹ ਜ਼ਰੂਰਤ ਪਈ ਕਹਿਣ ਦੀ? ਇਸ ਕਰਕੇ ਕਿ ਉਹਨੂੰ ਪਤਾ ਸੀ ਕਿ ਇਹ ਵੀ ਉਸੇ ਗਲਤ ਰੀਤੀ ਨਾਲ ਚੱਲ ਰਹੇ ਨੇ ਤੇ ਗਾਰੀ ਉਹਨਾਂ ਦੇ ਬੱਚੇ ਵੀ ਗਲਤ ਰੀਤੀ ਨਾਲ ਹੋ ਜਾਣੇ, ਤੁਰ ਪੈਣੇ ਆ। ਬਿਹਤਰ ਹੈ ਕਿ ਤੁਸੀਂ ਆਪਣੀ ਰੀਤੀ ਬਦਲੋ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਬੱਚੇ ਆਪਣੇ ਆਪ ਆਪਣੀ ਰੀਤਾਂ ਹੀ ਕਰ ਲੈਣਗੇ, ਚੇਂਜ ਕਰ ਲੈਣਗੇ। ਜਦੋਂ ਚੇਂਜ ਹੋ ਜਾਣਗੇ ਤੇ ਫਿਰ ਉਹਨਾਂ ਦਾ ਜਿਹੜਾ ਪਾਲਣਾ ਪੋਸ਼ਣਾ ਕਿਹਦੇ ਵਿੱਚ ਹੋ ਜਾਵੇਗਾ? ਪਰਮੇਸ਼ਰ ਦੇ ਵਿੱਚ ਹੋ ਜਾਏ। ਉਹਨਾਂ ਨੂੰ ਸਵੇਰੇ ਉੱਠਦਿਆਂ, ਰਾਹ ਵਿੱਚ ਸਫ਼ਰ ਕਰਦਿਆਂ, ਲੇਟਦਿਆਂ, ਕਿਸੇ ਵੀ ਵੇਲੇ ਤੁਸੀਂ ਆਪਣੇ ਬੱਚਿਆਂ ਨੂੰ ਖੁਦਾ ਦਾ ਕੀ ਸਿਖਾਓ? ਇਹ ਵਚਨ ਸਿਖਾਓ, ਤਾਂ ਕਿ ਜਿਵੇਂ ਤੁਸੀਂ ਸਿੱਧ ਹੋ ਤਿਵੇਂ ਤੁਹਾਡੇ ਬੱਚੇ ਵੀ ਕੀ ਹੋ ਜਾਣ? ਸਿੱਧ ਹੋ ਜਾਣ। ਤੇ ਫਿਰ ਇਹ ਘਰਾਣਾ ਜਿਹੜਾ ਕੀ ਪਾਏਗਾ? ਪਰਮੇਸ਼ਰ ਦੇ ਕੋਲੋਂ ਨਜ਼ਾਤ ਪਾਏਗਾ, ਮੁਕਤੀ ਪਾਏਗਾ, ਬਰਕਤ ਪਾਵੇਗਾ। ਹਾਲੇਲੂਇਆ। ਇਹ ਘਰਾਣਾ ਫਿਰ ਪਰਮੇਸ਼ਰ ਦੇ ਕੋਲੋਂ ਖੁਸ਼ੀ ਪਾਏਗਾ, ਬਰਕਤ ਪਾਏਗਾ, ਆਸ਼ੀਸ਼ ਪਾਏਗਾ। ਇਸ ਕਰਕੇ ਇਹ ਵਚਨ ਜਿਹੜਾ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ। ਜਦੋਂ ਤੁਹਾਡੇ ਬੱਚੇ ਵਚਨ ਸਿੱਖ ਲੈਣਗੇ ਤੇ ਫਿਰ ਉਹਨਾਂ ਦੀ ਜ਼ਿੰਦਗੀ ਇੱਕ ਅਲੱਗ ਜ਼ਿੰਦਗੀ ਹੋ ਜਾਏਗੀ। ਔਰ ਉਸ ਦੇ ਦੁਆਰਾ ਕੀ ਹੋਵੇਗਾ? ਅਫਸੀਲ ਦਾ ਖਾਤ ਉਸਦਾ ਸੇ ਬਾਪ, ਉਹਦੀ ਅਸੀਂ ਪਹਿਲੀ ਆਇਤ ਤੋਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ। ਤਾਂ ਇਸ ਕਰਕੇ ਮੇਰੇ ਪਿਆਰੇ ਬੱਚਿਓ,